मॉर्निंग स्टूडेंट्स। आज ਆਪਾਂ ਆਪਣੇ ਸਿਲੇਬਸ ਦੇ ਵਿੱਚ ਦਿੱਤੇ ਹੋਏ ਪੱਤਰ ਕਿਸੇ ਦੁਕਾਨਦਾਰ ਨੂੰ ਪੱਤਰ ਜਿਹਦਾ ਸਾਨੂੰ ਟੌਪਿਕ ਦਿੱਤਾ ਹੋਇਆ ਆ ਉਹ ਕਰਾਂਗੇ ਤੇ ਨਾਲ ਹੀ ਕਿਸੇ ਸੰਪਾਦਕ ਨੂੰ ਤੁਸੀਂ ਆਪਣੀ ਕਿਸੇ ਸਮੱਸਿਆ ਬਾਰੇ ਪੱਤਰ ਲਿਖਣਾ ਚਾਹੁੰਦੇ ਹੋ ਉਹ ਪੱਤਰ ਵੀ ਆਪਾਂ ਇੱਥੇ ਫਾਰਮੈਟ ਕਰਾਂਗੇ ਨਾਲ ਹੀ ਉਹਦੇ ਵਿਚਾਰ ਵਟਾਂਦਰਾ ਕਰਾਂਗੇ कि असी इस पत्र दे विच की कुछ लिख सकते हैं। ठीक है, सो सब तो पहला तुसी बोर्ड के ऊपर लिखा होया हैडिंग पढ़ रहे हो की पढ़ रहे हो जदों असी किसी दुकानदार नूं पत्र लिख रहे हैं तां असी ओदे विच सब तो पहला की देखना है कि असी उन्होंने एड्रैस की लिखना है किहड़ी दुकानदार नूं पत्र लिखना है की लिखना ओदे विच किसी दुकानदार नूं तुसीं किसी दुकानदार तो दवाइयां मंगवा रहे हो तुहाडी अपनी शॉप आ कैमिस्ट दी तुसीं किसी कंपनी तो दुकान या किसी होर बड़ी दुकान तो अपनी दुकान लई दवाइयां मंगा रहे हो उस संबंधी पत्र लिखना है जां तुहाडी बिजली दे समान दी दुकान आ तां तुसीं ओहदा समान मंगवाउण वास्ते पत्र लिखना है जां तुहाडे किसी समान दे विच खराबी आई आ तुसी वो समान बदलण वास्ते पत्र लिखना है जां तुसी कोई मनियारी दी दुकान करदे हो तां अपनी उस दुकान लई समान मंगवाउण लई पत्र लिखना है जां तुसी अपने स्कूल दे लई खेडां दा समान मंगवाउणा है जां अपने स्कूल दे लई ही स्टेशनरी दा समान मंगवाउणा है तद तुसी पत्र लिख रहे हो तां उस दे विच जो जो समान तुहानूं चाहीदा है उस नूं असीं एक पत्र दे रूप विच लिख के उस दुकानदार नूं भेजण लई बेनती करांगे। क्लीयर हो गया हुण? ठीक है, केवल असीं एक पर्टिकुलर शॉप वाले नूं नहीं बोलना एक दुकानदार नूं नहीं बोलना कि सानूं एक ही दुकान तो सारा समान मिल जाए ਵੱਖ-ਵੱਖ दुकानां तो ਵੱਖ-ਵੱਖ प्रकार दा समान मंगवाउण दे लई असीं पत्र जिहड़ा आ इह लिख सकदे हां। हुण इत्थे ਆਪਾਂ ਆਪਣੇ ਸਕੂਲ ਦੇ ਲਈ ਠੀਕ ਹੈ ਤੁਹਾਡੇ ਸਕੂਲ ਦੇ ਵਿੱਚ ਖੇਡਾਂ ਦਾ ਸਮਾਨ ਜਿਹੜਾ ਆ ਉਹ ਘੱਟ ਆ ਤੁਸੀਂ ਉਸ ਸਮਾਨ ਨੂੰ ਪੂਰਾ ਕਰਨਾ ਚਾਹੁੰਦੇ ਹੋ ਤਾਂ ਜੋ ਵਿਦਿਆਰਥੀਆਂ ਨੂੰ ਕੋਈ ਵੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਏ ਸੋ ਤੁਸੀਂ ਕਿਸੇ ਖੇਡਾਂ ਦੇ ਸਮਾਨ ਦੀ ਦੁਕਾਨਦਾਰ ਨੂੰ ਪੱਤਰ ਲਿਖਣਾ ਆ ਜਿਹਦੇ ਵਿੱਚ ਆਪਣੇ ਸਕੂਲ ਦੇ ਲਈ ਖੇਡਾਂ ਦਾ ਸਮਾਨ ਮੰਗਵਾਉਣਾ ਹੁਣ ਇੱਥੇ ਆਪਾਂ ਪਹਿਲਾਂ ਲਿਖਾਂਗੇ ਦੁਕਾਨਦਾਰ ਪਹਿਲਾਂ ਆਪਣਾ ਐਡਰੈਸ ਜੋ ਪੱਤਰ ਲਿਖ ਰਿਹਾ ਹੈ ਠੀਕ ਹੈ ਸੋ ਆਪਾਂ ਇੱਥੇ ਕਿਸੇ ਦਾ ਵੀ ਨਾਮ ਲੈ ਲੈਣੇ ਆ ਮੈਂ ਨਾਮ ਲਿਖੂੰਗੀ ਜੈਦੀਪ ਠੀਕ ਹੈ हरगोबिंद नगर फगवाड़ा मिति 15 नवंबर 2021 सेवा विखे मैनेजर साहिब सरदार स्पोर्ट्स हाउस जलंधर जलंधर ਦੇ ਵਿੱਚੋਂ ਜ਼ਿਆਦਾ ਖੇਡਾਂ ਦਾ ਸਮਾਨ ਮਿਲਦਾ ਪਤਾ ਸਭ ਨੂੰ ਯੈਸ ਫਿਰ ਇੱਥੇ ਵਿਸ਼ਾ ਖੇਡਾਂ ਦਾ समान मंगवाउण संबंधी ठीक है फिर श्रीमान जी फिर कंटेंट पार्ट कोई भी बच्चा लिखेगा नहीं ऑनलाइन ऑफलाइन अजे बोर्ड तो देख के लिखना किसी ने नहीं सिर्फ सुनना या समझना या ਹੁਣ ਇੱਥੇ ਤੁਸੀਂ ਲਿਖੋਗੇ ਸਨਿਮਰ ਬੇਨਤੀ ਇਹ ਹੈ ਕਿ ਮੈਂ ਸਵਾਮੀ ਸੰਤ ਦਾਸ ਪਬਲਿਕ ਸਕੂਲ ਦਾ ਵਿਦਿਆਰਥੀ ਹਾਂ ਜਾਂ ਉੱਥੇ ਦਾ ਕੋਚ ਹਾਂ ਜਾਂ ਉੱਥੇ ਦਾ ਪੀਟੀ ਮਾਸਟਰ ਹਾਂ ਕੁਝ ਵੀ ਠੀਕ ਹੈ
ਔਰ ਸਾਡੇ ਸਕੂਲ ਦੇ ਵਿੱਚ ਬਹੁਤ ਸਾਰੀਆਂ ਖੇਡਾਂ ਕਰਵਾਈਆਂ ਜਾਂਦੀਆਂ ਹਨ ਔਰ ਉਹਨਾਂ ਵਿੱਚੋਂ ਕੁਝ ਕੁ ਖੇਡਾਂ ਦਾ ਸਮਾਨ ਖਰਾਬ ਹੋ ਗਿਆ ਹੈ ਜਾਂ ਟੁੱਟ ਭੱਜ ਗਿਆ ਹੈ। ਅਸੀਂ ਪਹਿਲਾਂ ਵੀ ਤੁਹਾਡੀ ਹੀ ਖੇਡਾਂ ਦੀ ਦੁਕਾਨ ਤੋਂ ਕਈ ਵਾਰ ਸਮਾਨ ਮੰਗਵਾ ਚੁੱਕੇ ਹਾਂ। ਤੁਹਾਡੀ ਦੁਕਾਨ ਦਾ ਸਮਾਨ ਵਧੀਆ ਕੁਆਲਿਟੀ ਦਾ ਹੁੰਦਾ ਹੈ, ਇਸੇ ਲਈ ਮੈਨੂੰ ਕੁਝ ਹੋਰ ਆਪਣੇ ਸਕੂਲ ਦੇ ਲਈ ਖੇਡਾਂ ਦਾ ਸਮਾਨ ਚਾਹੀਦਾ ਹੈ ਜਿਸ ਦਾ ਵੇਰਵਾ ਇਸ ਪ੍ਰਕਾਰ ਹੈ। ਠੀਕ ਹੈ, ਹੁਣ ਤੁਸੀਂ ਇੱਥੇ ਲਿਖਿਆ ਜਿਸ ਦਾ ਵੇਰਵਾ ਮੀਨਸ ਜੋ ਸਮਾਨ ਮੈਂ ਮੰਗਵਾ ਰਿਹਾ ਹਾਂ ਉਹ ਸਮਾਨ ਇਸ ਪ੍ਰਕਾਰ ਹੈ। ਸਿਰਫ ਤੁਹਾਨੂੰ ਹਿੰਟ ਦੇਣ ਲਈ ਦੱਸਣ ਲੱਗਿਆ। ਤੁਸੀਂ ਇੱਥੇ ਉਸ ਤੋਂ ਬਾਅਦ ਨੰਬਰ ਪਾਣਾ 1 2 3 4 5। ਠੀਕ ਹੈ, ਹੁਣ ਤੁਸੀਂ ਚਿੜੀ ਛਿੱਕੇ ਕਿੰਨੇ ਮੰਗਵਾ ਰਹੇ ਹੋ? ਠੀਕ ਹੈ, ਚਿੜੀ ਛਿੱਕੇ ਕੁਆਂਟੀਟੀ ਕਿੰਨੇ? 12 ਪੀਸ 6 ਪੀਸ। ਠੀਕ ਹੈ, बैट बॉल किन्ने चाहिए है? ठीक है, फुटबॉल किन्ने चाहिए वो तुसी लिखने आ। फिर उस तो बाद चैस बोर्ड्स किन्ने चाहिए है ना। फिर उस तो बाद तुसी खेडते हो बास्केटबॉल, बास्केटबॉल थानू किन्नियां चाहिए ने। ठीक है, सो नीचे तुसी फिर इस तो बाद एक क्वांटिटी लिखण तो बाद की लिखना है कि ਤੁਸੀਂ ਉਪਰੋਕਤ ਦਿੱਤੇ ਸਮਾਨ ਨੂੰ ਹੇਠਾਂ ਲਿਖੇ ਪਤੇ ਦੇ ਉੱਪਰ ਜਲਦੀ ਤੋਂ ਜਲਦੀ ਭੇਜ ਦੇਣਾ। ਸਮਾਨ ਦੇ ਬਿੱਲ ਦੇ ਨਾਲ ਇਹਦੀ ਸਮਾਨ ਦੀ ਰਸੀਦ ਦੇ ਨਾਲ ਬਿੱਲ ਵੀ ਜ਼ਰੂਰ ਭੇਜਿਆ ਜਾਵੇ ਤਾਂ ਜੋ ਉਹ ਬਿੱਲ ਮੌਕੇ ਤੇ ਹੀ ਅਦਾ ਕੀਤਾ ਜਾਵੇ। ਮੀਨਸ ਜਦੋਂ ਵੀ ਕੋਈ ਸਮਾਨ ਤੁਹਾਨੂੰ ਦੇਣ ਆ ਰਿਹਾ ਆ ਤਾਂ ਅਸੀਂ ਉਹਦੀ ਪੇਮੈਂਟ ਉਸੇ ਸਮੇਂ ਕਰ ਦਈਏ। ਤੁਸੀਂ ਆਨਲਾਈਨ ਸ਼ਾਪਿੰਗ ਕਰਦੇ ਹੋ, ਘਰ 'ਚ ਪੇਰੈਂਟਸ ਨੂੰ ਵੀ ਕਰਦੇ ਦੇਖਦੇ ਹੋ ਤਾਂ ਤੁਸੀਂ ਦੇਖਦੇ ਹੋ ਨਾ ਕਿ ਜਦੋਂ ਸਮਾਨ ਆਉਂਦਾ ਤਾਂ ਕਈ ਵਾਰੀ ਉਸੇ ਸਮੇਂ ਪੇਰੈਂਟਸ ਜਿਹੜੇ ਆ ਉਹਦੀ ਬਿੱਲ ਪੇ ਕਰਦੇ ਆ ਨਾ, ਹੈ ਨਾ। ਸੋ ਜਦੋਂ ਵੀ ਸਾਡੇ ਕੋਲ ਇਹ ਸਮਾਨ ਆਵੇ ਤਾਂ ਨਾਲ ਹੀ ਉਹਦਾ ਜਿਹੜਾ ਬਿੱਲ ਆ ਉਹ ਪੇ ਕੀਤਾ ਜਾਵੇ। ਸਮਾਨ ਬਿਲਕੁਲ ਸਹੀ ਕੰਡੀਸ਼ਨ ਦੇ ਵਿੱਚ ਸਹੀ ਹਾਲਤ ਦੇ ਵਿੱਚ ਹੋਣਾ ਚਾਹੀਦਾ ਹੈ। मैं आप जी का बहुत धन्यवादी होवांगा ना। ठीक है, समझ लग गया सबनू लैटर। तुसी जो भी समान मंगवा रहे हो ओदा तुसी वेरवा जरूर देना है। फिर अखीर दे विच लिखोगे आप जी दा बहुत धन्यवादी होवांगा। आप जी दा विश्वास पात्र नाम जो असी ऊपर लिखा। ठीक है, जो थानू नाम फर्म दिता होएगा ओही लिखना है। जेकर थानू कोई भी नाम नहीं दिता होया फिर तुसी अपना नाम भी लिख सकते हो। क्लियर सारिਆਂ ਨੂੰ? कोई भी किसी नू डाउट है प्लीज रेज योर हैंड। हाँ जी, कोई डाउट नहीं, सबनू क्लियर हो गया? मैम जो स्कूल में लिख रहे हैं सामान मंगवा रहे हैं स्कूल का एड्रेस लिख सकते हैं? हाँ तो लिख रहा है थानू मैं लाइन बोली है ना कि उपरोक्त दिता समान हेठा दिते पते ते भेज दियो। ठीक है, फिर आप लिख रहे कि इस समान का वेरवा इस प्रकार है। वेरवा ठीक है, क्लियर हो गया ये पत्र। ਹੁਣ ਅਗਲਾ ਹੈਗਾ ਅਖਬਾਰ ਦੇ ਸੰਪਾਦਕ ਨੂੰ। ਸਮਾਜ ਦੇ ਵਿੱਚ ਕੋਈ ਵੀ ਗੰਭੀਰ ਸਮੱਸਿਆ ਹੈ, ਸਮਾਜ ਦੇ ਵਿੱਚ ਮਤਲਬ ਕਿ ਤੁਹਾਨੂੰ ਕੋਈ ਵੀ ਬੁਰਾਈ ਨਜ਼ਰ ਆਉਂਦੀ ਆ ਤਾਂ ਤੁਸੀਂ ਉਹਨੂੰ ਪਹਿਲਾਂ ਆਪਣੇ ਲੈਵਲ ਤੇ ਸੁਲਝਾਉਣ ਦੀ ਕੋਸ਼ਿਸ਼ ਕਰਦੇ ਹੋ। ਜਦੋਂ ਕਦੇ ਵੀ ਉਹ ਬੁਰਾਈ ਜਾਂ ਉਹ ਸਮੱਸਿਆ ਨਹੀਂ ਸੁਧਰਦੀ ਤਾਂ ਫਿਰ ਅਸੀਂ ਉਹਨੂੰ ਮੀਡੀਆ ਰਾਹੀਂ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ। ਤਾਂ ਅਖਬਾਰ ਵੀ ਕੀ ਆ? ਮੀਡੀਆ ਦਾ ਇੱਕ ਸਾਧਨ। ਸਮਝ ਲੱਗੀ?
ਮੀਡੀਆ ਦਾ ਇੱਕ ਸਾਧਨ ਹੀ ਆ ਨਾ, ਕਿਉਂਕਿ ਇਹਦੇ ਦੁਆਰਾ ਵੀ ਲੋਕਾਂ ਨੂੰ ਆਲੇ ਦੁਆਲੇ ਦੀ ਜਾਂ ਬਹੁਤ ਸਾਰੀਆਂ ਖਬਰਾਂ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਆ। ਸੋ ਜੋ ਅਖਬਾਰਾਂ ਛਾਪਦਾ ਆ ਉਹਨੂੰ ਕੀ ਕਹਿੰਦੇ ਆ? ਸੰਪਾਦਕ। ਉਹਨੂੰ ਕਹਿੰਦੇ ਆ ਸੰਪਾਦਕ। ਸੋ ਜਦੋਂ ਵੀ ਅਸੀਂ ਕੋਈ ਪੱਤਰ ਅਖਬਾਰ ਨੂੰ ਲਿਖਣਾ ਹੋਵੇ ਤਾਂ ਅਸੀਂ ਉਹ ਸੰਪਾਦਕ ਨੂੰ ਹੀ ਲਿਖਦੇ ਆ। ਤਾਂ ਸਾਡੇ ਭੇਜੇ ਹੋਏ ਵਿਚਾਰ, ਸਾਡੀ ਭੇਜੀ ਹੋਈ ਲਿਖਤ ਨੂੰ ਸੰਪਾਦਕ ਹੀ ਅਖਬਾਰ ਦੇ ਵਿੱਚ ਛਾਪਦਾ ਆ। ਠੀਕ ਹੈ, ਹੁਣ ਆਪਾਂ ਚੱਲੀਏ ਕਿ ਲੈਟਰ ਦੇ ਵਿੱਚ ਲਿਖਣਾ ਕੀ ਆ। ਤੁਹਾਡੇ ਆਲੇ ਦੁਆਲੇ ਵਿੱਚ ਅਨੇਕਾਂ ਤਰ੍ਹਾਂ ਦੀਆਂ ਸਮੱਸਿਆਵਾਂ ਨੇ, ਜਿਸ ਤਰ੍ਹਾਂ ਬਾਲ ਮਜ਼ਦੂਰੀ ਆ, ਹਨਾ। ਤੁਸੀਂ ਦੇਖਦੇ ਹੋ ਰੇਹੜੀਆਂ ਦੇ ਉੱਪਰ, ਢਾਬਿਆਂ ਦੇ ਉੱਪਰ, ਦੁਕਾਨਾਂ ਦੇ ਵਿੱਚ ਛੋਟੀ ਛੋਟੀ ਉਮਰ ਦੇ ਜਿਹੜੇ ਬੱਚੇ ਨੇ ਜਿਨ੍ਹਾਂ ਦੀ ਪੜ੍ਹਨ ਲਿਖਣ ਦੀ ਉਮਰ ਹੁੰਦੀ ਆ, ਉਹ ਕੰਮ ਕਰਦੇ ਆ ਨਾ। ਸੋ ਅਸੀਂ ਉਸ ਸੰਬੰਧੀ ਵੀ ਲਿਖ ਸਕਦੇ ਹਾਂ। ਤੁਹਾਡੇ ਇਲਾਕੇ ਦੇ ਵਿੱਚ ਕਾਨੂੰਨ ਵਿਵਸਥਾ ਬਿਲਕੁਲ ਵੀ ਸਹੀ ਢੰਗ ਨਾਲ ਨਹੀਂ ਚੱਲ ਰਹੀ। ਸਪੋਜ਼ ਕਿ ਤੁਹਾਡੇ ਇਲਾਕੇ ਦੇ ਵਿੱਚ ਗੁੰਡਾਗਰਦੀ ਚੱਲ ਰਹੀ ਆ, ਲੁੱਟਾਂ ਖੋਹਾਂ ਜ਼ਿਆਦਾ ਹੁੰਦੀਆਂ ਨੇ, ਚੋਰੀਆਂ ਜ਼ਿਆਦਾ ਹੁੰਦੀਆਂ ਨੇ, ਲੋਕ ਪੁਲਿਸ ਤੋਂ ਬਿਲਕੁਲ ਵੀ ਨਹੀਂ ਡਰਦੇ। ਇਹਨੂੰ ਕਹਿੰਦੇ ਆ ਕਾਨੂੰਨ ਵਿਵਸਥਾ। ਸਮਝ ਲੱਗਿਆ? ਕਾਨੂੰਨ ਵਿਵਸਥਾ ਸਹੀ ਢੰਗ ਨਾਲ ਨਹੀਂ ਚੱਲਦੀ, ਤਦ ਵੀ ਤੁਸੀਂ ਅਖਬਾਰ ਦੇ ਸੰਪਾਦਕ ਨੂੰ ਪੱਤਰ ਲਿਖ ਸਕਦੇ ਹੋ। ਬੇਰੋਜ਼ਗਾਰੀ ਆ, ਦਹੇਜ ਪ੍ਰਥਾ ਆ, ਭ੍ਰਿਸ਼ਟਾਚਾਰ ਆ, ਕਿਸੇ ਮਤਲਬ ਕਿ ਮਹਿੰਗੀ ਹੋ ਰਹੀ ਸਿੱਖਿਆ ਪ੍ਰਣਾਲੀ ਆ, ਇਸ ਸੰਬੰਧੀ ਜਿਹੜੇ ਵਿਚਾਰ ਆ ਤੁਸੀਂ ਕਿਸੇ ਵੀ ਅਖਬਾਰ ਦੇ ਸੰਪਾਦਕ ਨੂੰ ਲਿਖ ਸਕਦੇ ਹੋ। ਸੋ ਹੁਣ ਅਸੀਂ ਇੱਥੇ ਫੇਰ ਲਿਖਾਂਗੇ, ਜਦੋਂ ਵੀ ਆਪਾਂ ਪੱਤਰ ਸ਼ੁਰੂ ਕਰਦੇ ਆ ਸਭ ਤੋਂ ਪਹਿਲਾਂ ਕਿਹਦਾ ਐਡਰੈਸ ਲਿਖਦੇ ਆ? ਆਪਣਾ। ਮੀਨਸ ਜੋ ਪੱਤਰ ਲਿਖ ਰਿਹਾ ਆ। ਹੁਣ ਇਹ ਜਿਹੜਾ ਪੱਤਰ ਆ ਇਹ ਕਿਹਦੇ ਵੱਲੋਂ ਲਿਖਿਆ ਜਾਏਗਾ? ਸક્ષਮ ਵੱਲੋਂ। ਮਿਤੀ 15 ਨਵੰਬਰ 2021 ਸੇਵਾ ਵਿਖੇ ਸੰਪਾਦਕ ਸਾਹਿਬ। ਹੁਣ ਦੇਖੋ ਤੁਸੀਂ ਜਿਸ ਵੀ ਅਖਬਾਰ ਦਾ ਨਾਮ ਲਿਖ ਰਹੇ ਹੋ, ਠੀਕ ਹੈ, ਅਜੀਤ ਆ, ਜਗਬਾਣੀਆਂ, ਟ੍ਰਿਬਿਊਨ ਆ, ਪੰਜਾਬ ਕੇਸਰੀ ਆ, ਦੈਨਿਕ ਜਾਗਰਣ ਆ, ਟਾਈਮ ਆਫ ਪੰਜਾਬ ਆ, ਠੀਕ ਹੈ। ਤੁਸੀਂ ਇਹਨਾਂ ਅਖਬਾਰਾਂ ਦੇ ਨਾਮ ਲਿਖਣੇ ਹੋ, ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਇਹ ਅਖਬਾਰਾਂ ਨਿਕਲਦੀਆਂ ਕਿੱਥੋਂ ਆ, ਛਪਦੀਆਂ ਕਿੱਥੇ ਆ। ਹੁਣ ਜਗਬਾਣੀ, ਦੈਨਿਕ ਭਾਸਕਰ, ਦੈਨਿਕ ਜਾਗਰਣ, ਅਜੀਤ, ਇਹ ਸਾਰੀਆਂ ਨਿਕਲਦੀਆਂ ਨੇ ਜਲੰਧਰ ਚੋਂ। ਟ੍ਰਿਬਿਊਨ, ਦਾ ਟਾਈਮਸ ਆਫ ਇੰਡੀਆ, ਪੰਜਾਬੀ ਟ੍ਰਿਬਿਊਨ, ਇਹ ਚੰਡੀਗੜ੍ਹ ਤੋਂ। ਕਲੀਅਰ? ਸੋ ਤੁਹਾਨੂੰ ਪਲੇਸ ਦਾ ਨਾਮ ਸਭ ਨੂੰ ਪਤਾ ਹੋਣਾ ਚਾਹੀਦਾ। ਇੱਥੇ ਲਿਖਾਂਗੇ ਆਪਾਂ ਤਾਂ ਪੰਜਾਬੀ ਚ ਗੱਲ ਕਰਨੀ ਹੈ ਨਾ। ਰੋਜ਼ਾਨਾ ਅਜੀਤ ਕਿੱਥੋਂ ਨਿਕਲ ਰਿਹਾ ਹੈ? ਜਲੰਧਰ। ਵਿਸ਼ਾ ਬਾਲ ਮਜ਼ਦੂਰੀ ਸੰਬੰਧੀ ਹੁਣ ਆਪਾਂ ਲਿਖਾਂਗੇ ਕੰਟੈਂਟ ਪਾਰਟ। ਸਨਿਮਰ ਬੇਨਤੀ ਇਹ ਹੈ ਕਿ ਮੈਂ ਆਪ ਜੀ ਦੇ ਅਖਬਾਰ ਦਾ ਰੋਜ਼ਾਨਾ ਪਾਠਕ ਹਾਂ। ਮੈਂ ਹਰ ਰੋਜ਼ ਅਖਬਾਰ ਦੇ ਵਿੱਚ ਨਿਤ ਨਵੀਆਂ ਸਮੱਸਿਆਵਾਂ ਬਾਰੇ ਪੜ੍ਹਦਾ ਹਾਂ। ਆਪ ਜੀ ਦਾ ਅਖਬਾਰ ਲੋਕਾਂ ਨੂੰ ਇਹਨਾਂ ਸਮੱਸਿਆਵਾਂ ਬਾਰੇ ਜਾਗਰੂਕ ਕਰਨ ਦਾ ਕੰਮ ਕਰਦਾ ਹੈ। ਸੋ ਇਹਨਾਂ ਤੋਂ ਪ੍ਰਭਾਵਿਤ ਹੋ ਕੇ ਮੈਂ ਵੀ ਇੱਕ ਆਪਣੇ ਸਮਾਜ ਦੀ ਗੰਭੀਰ ਸਮੱਸਿਆ ਬਾਰੇ ਆਪਣੇ ਵਿਚਾਰ ਆਪ ਦੇ ਅਖਬਾਰ ਵਿੱਚ ਪਵਾਉਣਾ ਚਾਹੁੰਦਾ ਹਾਂ। ਇਹ ਗੰਭੀਰ ਸਮੱਸਿਆ ਹੈ ਬਾਲ ਮਜ਼ਦੂਰੀ। ਆਪਾਂ ਹਮੇਸ਼ਾ ਹੀ
ਰੇੜੀਆਂ ਮਾਰਕੀਟ ਦੇ ਵਿੱਚ ਲੱਗੀਆਂ ਹੋਈਆਂ ਖਾਣ ਪੀਣ ਦੀਆਂ ਰੇੜੀਆਂ ਜਾਂ ਸਮਾਨ ਵੇਚਣ ਦੀਆਂ ਰੇੜੀਆਂ, ਢਾਬਿਆਂ, ਛੋਟੀਆਂ ਵੱਡੀਆਂ ਦੁਕਾਨਾਂ ਜਾਂ ਕਿਸੇ ਰੈਸਟੋਰੈਂਟ ਦੇ ਵਿੱਚ ਛੋਟੀ ਉਮਰ ਦੇ ਬੱਚਿਆਂ ਨੂੰ ਕੰਮ ਕਰਦੇ ਦੇਖਦੀ ਹਾਂ। ਜਿਨ੍ਹਾਂ ਬੱਚਿਆਂ ਦੀ ਉਮਰ ਪੜ੍ਹਨ ਲਿਖਣ ਦੀ ਹੁੰਦੀ ਹੈ ਉਹ ਉਸ ਛੋਟੀ ਉਮਰ ਦੇ ਵਿੱਚ ਦੁਕਾਨਾਂ ਜਾਂ ਰੇੜੀਆਂ ਤੇ ਕੰਮ ਕਰਦੇ ਹਨ। ਸਰਕਾਰ ਨੇ ਬਾਲ ਮਜ਼ਦੂਰੀ ਨੂੰ ਰੋਕਣ ਲਈ ਬਹੁਤ ਸਾਰੇ ਕਾਨੂੰਨ ਬਣਾਏ ਹਨ, ਪਰ ਇਹਨਾਂ ਸਭ ਨੂੰ ਦੇਖ ਕੇ ਲੱਗਦਾ ਹੈ ਕਿ ਜਨਤਾ ਬਣਾਏ ਹੋਏ ਕਾਨੂੰਨਾਂ ਦੀਆਂ ਧੱਜੀਆਂ ਉਡਾ ਰਹੀ ਹੈ। तो बहुत घट पैसे दे के छोटे बच्चियां नूं काम ते रखिया जाता है जां काम ते लगाया जाता है। सो मेरे आप जी दे अखबार विच विचार लिखवाण दा मुख्य कारण यह है कि लोकां नूं दोबारा बाल मजदूरी संबंधी जागरूक किया जावे। कई परिवारां दे विच कमाउण वाले होण दे बावजूद भी वो अपने बच्चियां नूं ਸਕੂਲ ਪੜ੍ਹਨ ਦੀ ਥਾਂ ਇਨ੍ਹਾਂ ਥਾਵਾਂ ਤੇ ਕੰਮ ਕਰਨ ਲਈ ਭੇਜ ਦਿੰਦੇ ਹਨ। ਇਨ੍ਹਾਂ ਥਾਵਾਂ ਤੇ ਕੰਮ ਕਰਨ ਵਾਲੇ ਇਹ ਲੜਕੇ ਕਈ ਵਾਰੀ ਗਲਤ ਰਸਤਿਆਂ ਤੇ ਵੀ ਤੁਰ ਪੈਂਦੇ ਹਨ, ਜਿਸ ਕਰਕੇ ਸਮਾਜ ਦੇ ਵਿੱਚ ਅਰਾਜਕਤਾ ਫੈਲ ਜਾਂਦੀ ਹੈ। ਸੋ ਸਾਨੂੰ ਲੋਕਾਂ ਨੂੰ ਇਹ ਜਾਗਰੂਕ ਕਰਨਾ ਚਾਹੀਦਾ ਹੈ ਕਿ ਇਨ੍ਹਾਂ ਬੱਚਿਆਂ ਤੋਂ ਬਾਲ ਮਜ਼ਦੂਰੀ ਕਰਾਉਣ ਦੀ ਥਾਂ ਪੜ੍ਹਨ ਦੇ ਲਈ ਸਕੂਲਾਂ ਵਿੱਚ ਭੇਜਣਾ ਚਾਹੀਦਾ ਹੈ। अगर कोई माँ बाप जबरदस्ती अपने बच्चों को काम कराने ਲਈ ਭੇਜਦਾ ਹੈ ਤਾਂ ਉਹਨਾਂ ਨੂੰ ਵੀ ਸਿੱਖਿਆ ਦੀ ਅਹਿਮੀਅਤ ਦੱਸਦੇ ਹੋਏ ਬੱਚਿਆਂ ਨੂੰ ਪਹਿਲਾਂ ਸਕੂਲਾਂ ਵਿੱਚ ਭੇਜਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਮੈਂ ਆਸ ਕਰਦਾ ਹਾਂ ਕਿ ਮੇਰੇ ਦਿੱਤੇ ਉਪਰੋਕਤ ਵਿਚਾਰਾਂ ਨੂੰ ਤੁਸੀਂ ਆਪਣੀ ਅਖਬਾਰ ਦੇ ਵਿੱਚ ਜ਼ਰੂਰ ਛਾਪੋਗੇ। ਆਪ ਜੀ ਦਾ ਬਹੁਤ ਧੰਨਵਾਦੀ ਹੋਵਾਂਗਾ। आप जी दा शुभ चिंतक नाम क्लियर? पत्तर समझ लग गया सब नूं? यस। ਇਹ ਤਾਂ ਸੀਗਾ ਤੁਹਾਡਾ ਸਬਜੈਕਟਿਵ ਪਾਰਟ। ਕਲੀਅਰ ਹੋ ਗਿਆ ਸਾਰਿਆਂ ਨੂੰ? ਯਸ। ਇਹ ਤੁਹਾਡਾ ਸਬਜੈਕਟਿਵ ਪਾਰਟ, ਠੀਕ ਹੈ। ਹੁਣ ਚੱਲੀਏ ਆਪਾਂ ਆਬਜੈਕਟਿਵ ਪਾਰਟ ਦੇ ਵੱਲ, ठीक है। सपोज ਤੁਹਾਨੂੰ ਹੈਗਾ ਪੱਤਰ ਦਿੱਤਾ ਹੋਇਆ ਕਿ ਤੁਸੀਂ ਕੁਐਸਚਨ ਆ ਬਿਜਲੀ ਦਾ ਸਮਾਨ ਮੰਗਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਕਿਹੜੀ ਦੁਕਾਨ ਤੋਂ ਕਿਸ ਦੁਕਾਨਦਾਰ ਨੂੰ ਪੱਤਰ ਲਿਖੋਗੇ? ਖੇਡਾਂ ਦੀ ਦੁਕਾਨਦਾਰ ਨੂੰ, ਦਵਾਈਆਂ ਦੇ ਦੁਕਾਨਦਾਰ ਨੂੰ, ਕੱਪੜਿਆਂ ਦੇ ਦੁਕਾਨਦਾਰ ਨੂੰ ਕਿ ਬਿਜਲੀ ਦੇ ਸਮਾਨ ਦੇ ਦੁਕਾਨਦਾਰ ਨੂੰ? ਬਿਜਲੀ ਦੇ ਸਮਾਨ ਦੇ ਦੁਕਾਨਦਾਰ ਨੂੰ। ਪੱਤਰ ਦੇ ਇਸ ਭਾਗ ਨੂੰ ਕੀ ਕਹਿੰਦੇ ਆ? ਮੁੱਖ ਭਾਗ। ਕੀ ਕਹਿੰਦੇ ਆ? ਮੁੱਖ ਭਾਗ। ਔਰ ਪੱਤਰ ਦੇ ਕੰਟੈਂਟ ਪਾਰਟ ਨੂੰ ਮੱਧ ਭਾਗ। ਲਾਸਟ ਵਾਲੇ ਨੂੰ ਕੀ ਕਹਿੰਦੇ ਆ? ਅੰਤ ਭਾਗ। ਕਲੀਅਰ ਆ ਸਭ ਨੂੰ ਨਾ? ਤੁਸੀਂ ਆਪਣੀ ਕਿਸੇ ਵੀ ਸਮਾਜ ਵਿੱਚ ਫੈਲੀ ਹੋਈ ਗੰਭੀਰ ਸਮੱਸਿਆ ਬਾਰੇ ਲੋਕਾਂ ਨੂੰ ਜਾਣੂ ਕਰਵਾਉਣਾ ਚਾਹੁੰਦੇ ਹੋ ਤਾਂ ਇਸ ਸੰਬੰਧੀ ਤੁਸੀਂ ਕਿਸ ਨੂੰ ਪੱਤਰ ਲਿਖੋਗੇ? ਯੈਸ अंश किस ਨੂੰ ਲਿਖਾਂਗੇ? ਅਖਬਾਰ ਦੇ ਸੰਪਾਦਕ ਨੂੰ। ਕਲੀਅਰ ਹੋ ਗਿਆ ਆਬਜੈਕਟਿਵ ਪਾਰਟ ਵੀ? ਕਲੀਅਰ ਹੋ ਗਿਆ? ਯੈਸ। ਤੁਹਾਨੂੰ MCQs ਦੇ ਵੀ ਜਿਹੜੇ ਪੱਤਰ ਦੇ ਆ ਉਹ ਇਸ ਟਾਈਪ ਦੇ ਕੁਐਸਚਨ ਪੁੱਛੇ ਜਾ ਸਕਦੇ ਹਨ। क्लियर ऑल ऑफ यू? yes. कोई डाउट किसी बच्चे नु दोनों लेटर से रिगार्डिंग? बोलो नो। क्लियर हो गया? yes. चलो ओके, थैंक यू बेटा जी।